ਤੇ ਗੱਲ ਕਰੀਏ ਬਿਕਰਮ ਮਜੀਠੀਆ ਡਰੱਗ ਮਾਮਲੇ ਦੀ, ਕਹਿੰਦੇ ਇਸ ਮਾਮਲੇ ਦੇ ਵਿੱਚ 5ਵੀਂ ਵਾਰ SIT ਦਾ ਜਿਹੜਾ ਮੁਖੀਆ ਸਿੱਟ ਦਾ ਉਹ ਬਦਲਤਾ। ਐਡਵੋਕੇਟ ਜਨਰਲ ਦੇ ਬਾਰੇ ਤਾਂ ਆਪਾਂ ਕੱਲ ਵੀ ਗੱਲ ਕੀਤੀ ਸੀ ਸ਼ਰਮਾ ਜੀ। ਹਾਂ ਬਿਲਕੁਲ ਜੀ, ਆਪਾਂ ਕੱਲ ਹੀ ਗੱਲ ਕਰਕੇ ਹਟੇ ਹਾਂ ਕਿ 3 ਸਾਲਾਂ 'ਚ 4 ਐਡਵੋਕੇਟ ਜਨਰਲ ਹੈ ਨਾ, ਤੇ ਇੱਥੋਂ ਦਾ ਲਾ ਲਓ ਕਿ ਹੋਰ ਬਦਲਾ ਕੀ ਹੁੰਦਾ। ਹੁਣ ਫਿਰ ਆ ਵੀ ਬਦਲਾ ਦੀਆਂ ਨਿਸ਼ਾਨੀਆਂ ਬਾਈ। ਤੁਸੀਂ ਬਾਰ-ਬਾਰ ਸਿੱਟ ਦਾ ਮੁਖੀ ਬਦਲ ਰਹੇ ਹੋ, ਜਾਂ ਤਾਂ ਮੁਖੀ ਤੁਹਾਡੇ ਹਿਸਾਬ ਨਾਲ ਕੰਮ ਨਹੀਂ ਕਰ ਰਿਹਾ, ਜਾਂ ਮੁਖੀ ਫਿਰ ਦਸਤਾਵੇਜ਼ੀ ਤੌਰ ਤੇ ਕੰਮ ਕਰ ਰਿਹਾ ਤੇ ਪਰ ਤੁਸੀਂ ਜੋ ਚਾਹੁੰਦੇ ਹੋ ਉਹ ਨਹੀਂ ਹੋ ਰਿਹਾ, ਹੈਨਾ, ਜਾਂ ਉਹ ਨਹੀਂ ਤੁਹਾਡੀ ਸੁਣਦਾ, ਜਾਂ ਤੁਸੀਂ ਨਹੀਂ ਉਹਦੀ ਸੁਣਦੇ, ਤਾਂ ਤੁਹਾਨੂੰ ਬਦਲਣਾ ਪੈ ਰਿਹਾ, ਹੈਨਾ। ਜਾਂ ਫਿਰ ਇਹ ਹੈ ਕਿ ਹੈ ਨੀਗਾ, ਪਰ ਤੁਸੀਂ ਇਸ ਹਿਸਾਬ ਨਾਲ ਬੰਦੇ ਲਿਆ ਕੇ ਲਾਈ ਜਾਂਦੇ ਹੋ ਤੇ ਬੰਦੇ ਕਾਗਜ਼ ਪੱਤਰ ਫਰੋਲ ਕੇ ਫਿਰ ਪਰੇ ਹੋ ਜਾਂਦੇ ਕਿ ਨਾ ਜੀ ਇੱਥੇ ਤਾਂ ਕੁਛ ਨਹੀਂ, ਅਸੀਂ ਨਹੀਂ। ਜੋ ਵੀ ਹੈ, ਬਿਕਰਮ ਸਿੰਘ ਮਜੀਠੀਆ ਪੰਜਾਬ 'ਚ ਵੱਡਾ ਨਾਮ ਤਾਂ ਹੈ ਜੀ, ਤੇ ਉਹਨੂੰ ਤੁਸੀਂ ਕਿਸੇ ਸਮੇਂ ਵੱਡਾ ਤਸਕਰ ਕਹਿ ਕੇ ਵੀ, ਹੈਨਾ, ਮਗਰਮੱਛ ਕਹਿ ਕੇ ਵੀ, ਵੱਡਾ ਨਸ਼ੇ ਦਾ, ਤੇ ਫਿਰ ਜੇ ਐਡਾ ਹੀ ਵੱਡਾ ਸੀਗਾ ਤੇ ਹੁਣ ਤੱਕ ਬਲਡੋਜ਼ਰ ਕਿਉਂ ਨਹੀਂ ਗਿਆ ਉਹਦੇ ਘਰ ਕਰਨੀ? ਸਹੀ ਹੈ, ਬਿਲਕੁਲ ਜੀ। ਫਿਰ ਕੇਜਰੀਵਾਲ ਜੀ ਭੇਜ ਲੈਂਦੇ, ਫਿਰ ਮਾਫੀ ਮੰਗ ਕੇ ਕਿਉਂ ਭੱਜੇ ਸੀ ਕੇਜਰੀਵਾਲ, ਇਹ ਦੱਸ ਦੇਣ। ਤੇ ਇਸ ਲਈ ਉਹ ਬਿਕਰਮ ਮਜੀਠੀਆ ਅੱਜ ਕੱਲ੍ਹ ਤੰਜ ਬਹੁਤ ਕੱਸਦਾ ਇਹਨਾਂ ਤੇ, ਮਤਲਬ ਭਗਵੰਤ ਮਾਨ ਨਾਲੋਂ ਵੱਡੇ ਕਮੇਡੀਅਨ ਵਾਲੇ ਤੰਜ ਵੀ ਕੱਸਦਾ ਉਹ, ਹੈਨਾ, ਤੇ ਉਹ ਰੰਗ ਵੀ ਉਹਦਾ ਦੇਖਣ ਨੂੰ ਮਿਲਦਾ, ਤੇ ਇਸ ਲਈ ਔਖੇ ਭਾਰੇ ਤਾਂ ਖਾਸੇ ਨੇ ਉਹ ਤੋਂ ਜੀ। ਪਰ ਦੂਸਰੇ ਪਾਸੇ ਜਿਹੜਾ ਮਾਮਲਾ ਡਰੱਗ ਵਾਲਾ, ਇਹ ਕਾਂਗਰਸ ਸਰਕਾਰ ਦੇ ਸਮੇਂ ਤੋਂ ਚੱਲਿਆ ਆਉਂਦਾ। ਉਸ ਮਾਮਲੇ ਦੇ ਵਿੱਚ ਜੇਲ੍ਹ ਵੀ ਜਾਣਾ ਪਿਆ ਬਿਕਰਮ ਮਜੀਠੀਆ ਨੂੰ, ਉਹ ਸਾਰੀ ਪ੍ਰਕਿਰਿਆ ਤੋਂ ਆਪਾਂ ਵਾਕਫ ਹਾਂ, ਪਰ ਉਸ ਸਮੇਂ ਤੋਂ ਚੱਲੀ ਆਉਂਦੀ ਹੈ ਪ੍ਰਕਿਰਿਆ ਦਸੰਬਰ 2021 ਤੋਂ, ਹੈਨਾ। ਉਸ ਸਮੇਂ ਜਦੋਂ ਸੀਗਾ ਤਾਂ AIG ਬਲਰਾਜ ਸਿੰਘ ਸੀਗੇ ਜਿਨ੍ਹਾਂ ਨੂੰ SIT ਦਾ ਮੁਖੀ ਬਣਾਇਆ ਗਿਆ ਸੀਗਾ। ਫਿਰ ਉਸ ਤੋਂ ਬਾਅਦ ਮਤਲਬ ਕਿ IG ਰਾਹੁਲ S ਨੂੰ SIT ਦਾ ਮੁਖੀ ਲਾਤਾ, ਫਿਰ, ਹੈਨਾ, ਸਰਕਾਰ ਬਦਲ ਗਈ, ਆਮ ਆਦਮੀ ਪਾਰਟੀ ਸਰਕਾਰ ਆਈ, ਆਉਂਦੇ ਹੀ ਉਹਨਾਂ ਨੇ, ਹੈਨਾ, IG ਰਾਹੁਲ ਨੂੰ ਲਾਤਾ। ਫਿਰ ਉਸ ਤੋਂ ਬਾਅਦ ਜੀ ਮਤਲਬ ਕਿ ਰਾਹੁਲ ਦੀ ਥਾਂ ਦੇ ਉੱਤੇ ਵੀ ਫਿਰ ਬਦਲਤਾ ਜੀ, ਫਿਰ ਪਟਿਆਲਾ ਛੀਨਾ ਸੀਗਾ, SS ਛੀਨਾ, ਫਿਰ SIT ਦੀ ਮੁਖੀ ਉਹਨੂੰ ਮਿਲ ਗਿਆ। ਫਿਰ SIT ਦੇ ਮੈਂਬਰ ਵੀ, ਨੁਮਾਇੰਦੇ ਵੀ ਕਈ ਵਾਰ ਬਦਲੇ ਗਏ। ਫਿਰ ਚਲੋ ਜੀ, ਫਿਰ ਕਾਰਵਾਈ ਚੱਲ ਗਈ, ਫਿਰ IG ਗੁਰਸ਼ਰਨ ਸਿੰਘ ਸੰਧੂ ਨੂੰ ਸੌਂਪਤੀ ਜਾਂਚ ਦੀ ਕਿ ਤੁਸੀਂ ਬਾਗਡੋਰ ਸੰਭਾਲੋ ਜੀ, ਹੈਨਾ। ਫਿਰ ਉਸ ਤੋਂ ਬਾਅਦ ਹਰਚਰਨ ਸਿੰਘ ਭੁੱਲਰ ਦੀ ਹੱਥ ਅਗਵਾਈ ਆ ਗਈ, ਤੇ ਹੁਣ ਭੁੱਲਰ ਤੋਂ ਲੈ ਕੇ AIG ਵਰਨ ਸ਼ਰਮਾ ਨੂੰ ਦਿੱਤੀ। ਸੋ ਆਹ ਜਿਹੜੀ ਪ੍ਰਕਿਰਿਆ, ਹੁਣ ਤਾਂ ਮਤਲਬ ਇਹ ਹੈ ਕਿ ਪਹਿਲਾਂ IG ਰੈਂਕ ਦੇ ਅਧਿਕਾਰੀ ਤਾਂ ਸੀ, ਹੁਣ AIG ਰੈਂਕ ਤੇ ਆ ਗਏ ਤੁਸੀਂ। ਸੋ ਬਿਕਰਮ ਮਜੀਠੀਆ ਨੇ ਇਸੇ ਵੀ ਤੰਜ ਕੱਸਿਆ, ਕਹਿੰਦਾ ਵੀ ਆਹ ਦੱਸੋ ਹੁਣ, ਕਹਿੰਦਾ ਥੱਲੇ ਨੂੰ ਆ ਰਹੀ ਹੈ ਤੁਹਾਡੀ ਸਿੱਟ, ਸਿੱਟ 'ਚ ਤੁਸੀਂ ਨਿੱਤ ਬਦਲਾਅ ਵੀ ਕਰ ਰਹੇ ਹੋ। ਸੋ ਇਹ ਸਾਰੀ ਪ੍ਰਕਿਰਿਆ 'ਚ ਕਿਤੇ ਨਾ ਕਿਤੇ ਇਹ ਵੀ ਨਜ਼ਰ ਆਇਆ ਕਿ ਜਿਹੜਾ ਬਾਦਲ ਪਰਿਵਾਰ ਔਰ ਮਜੀਠੀਆ ਪਰਿਵਾਰ 'ਚ ਦੂਰੀ ਸੀ, ਉਸ ਨੂੰ ਵੀ ਸੁਖਬੀਰ ਬਾਦਲ ਨੇ ਨੇੜੇ ਲਾਉਣ ਦੀ ਕਵਾਇਦ ਦੇ ਵਿੱਚ ਇੱਕ ਟਵੀਟ ਕੀਤਾ। ਉਹ ਟਵੀਟ ਦਾ ਹਵਾਲਾ ਆਇਆ ਕਿ ਬਿਕਰਮ ਮਜੀਠੀਆ ਨੇ ਲੰਘੇ ਦਿਨ ਕਿਹਾ ਸੀਗਾ ਕਿ ਇਹਨਾਂ ਨੂੰ ਇਸ ਮਾਮਲੇ 'ਚ ਕੁਝ ਨਹੀਂ ਲੱਭ ਰਿਹਾ, ਕਿਉਂਕਿ ਲੰਘੇ ਮਹੀਨਿਆਂ 'ਚ 2 ਦਿਨ ਲਗਾਤਾਰ 8-8 ਘੰਟੇ ਪੁੱਛਗਿੱਛ ਕੀਤੀ ਸੀ ਬਿਕਰਮ ਮਜੀਠੀਆ ਤੋਂ। ਠੀਕ ਹੈ। ਤੇ ਕਹਿੰਦੇ ਜੀ ਬਿਕਰਮ ਮਜੀਠੀਆ ਨੇ ਦਮ ਭਰਿਆ ਕਿ ਮੇਰੇ ਇਸ ਡਰੱਗ ਮਾਮਲੇ ਜਦੋਂ ਉਹਨਾਂ ਨੂੰ ਕੁਝ ਨਹੀਂ ਮਿਲ ਰਿਹਾ, ਮੇਰੇ ਤੇ ਕੋਈ ਨਵਾਂ ਮਾਮਲਾ ਲਿਆ ਸਕਦੇ, ਕੋਈ ਨਵੀਂ ਤਰ੍ਹਾਂ ਦੀ ਕਾਰਵਾਈ ਕਰ ਸਕਦੇ, ਮੇਰੇ ਘਰੇ ਛਾਪੇਮਾਰੀ ਹੋ ਸਕਦੀ, ਉਹਨਾਂ ਨੇ ਕਈ ਤਰ੍ਹਾਂ ਦੇ ਖਾਸੇ ਪ੍ਰਗਟਾਏ। ਠੀਕ ਹੈ। ਉਹ ਰਾਜਨੀਤਿਕ ਪ੍ਰੇਰਿਤ ਵੀ ਹੋ ਸਕਦਾ, ਉਹ ਤੱਥ ਆਧਾਰਿਤ ਵੀ ਹੋ ਸਕਦਾ, ਉਹ ਤਾਂ ਫਿਰ ਅਦਾਲਤਾਂ 'ਚ ਜਾ ਕੇ ਸਾਬਤ ਹੁੰਦਾ ਕਿ ਕੌਣ ਸਹੀ ਹੈ, ਕੌਣ ਗਲਤ ਹੈ। ਪਰ ਉਹ ਇਹ ਗੱਲ ਜਦੋਂ ਛੇੜ ਰਹੇ ਸੀ ਤਾਂ ਉਸ ਦੌਰਾਨ ਕੱਲ ਫਿਰ ਸੁਖਬੀਰ ਬਾਦਲ ਦਾ ਟਵੀਟ ਆਇਆ ਜਿਹਨੇ ਕਿਹਾ ਵੀ ਬਿਕਰਮ ਮਜੀਠੀਆ ਦੀ Z+ ਸਿਕਿਉਰਿਟੀ ਵਾਪਸ ਲੈ ਲਈ ਗਈ। ਠੀਕ ਹੈ। ਤੇ ਉਸ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋਣ ਲੱਗ ਗਈ ਕਿ ਬਿਲਕੁਲ ਜੀ, ਬੰਦਿਆਂ ਨੂੰ ਫੋਨ ਆਉਂਦੇ ਗਏ, ਸਿਕਿਉਰਿਟੀ ਵਾਲੇ ਨੂੰ ਆਪਣੇ ਝੋਲੇ ਚੱਕ ਕੇ ਜਾਂਦੇ ਰਹੇ, ਤੇ ਬਿਕਰਮ ਮਜੀਠੀਆ ਦੀ ਸਿਕਿਉਰਿਟੀ ਵਾਪਸ ਹੋ ਗਈ। ਕਾਫੀ ਹੱਦ ਤੱਕ ਘੱਟ ਗਈ ਸਿਕਿਉਰਿਟੀ, ਮਤਲਬ ਲੋਕਲ ਜਿਹੜੇ ਅਧਿਕਾਰੀ ਜਾਂ ਪੁਲਿਸ ਵਾਲੇ ਹੋਣੇ ਕੁਛ ਹੋ ਰਹਿ ਗਏ, ਸੋ Z+ ਸਿਕਿਉਰਿਟੀ ਵਾਪਸ ਲੈ ਲਈ। ਹੁਣ ਇਸ ਨੂੰ ਲੈ ਕੇ ਸੁਖਬੀਰ ਬਾਦਲ ਨੇ ਕਿਹਾ ਵੀ ਕਿ ਮੇਰੇ ਤੇ ਵੀ ਸਰਕਾਰ ਨੇ ਹਮਲਾ ਕਰਾਇਆ ਸੀ, ਹੁਣ ਬਿਕਰਮ ਮਜੀਠੀਆ ਨੂੰ ਵੀ ਮਰਵਾ ਸਕਦੇ ਨੇ। ਜੇ ਬਿਕਰਮ ਮਜੀਠੀਆ ਨੂੰ, ਮੈਨੂੰ ਜਾਂ ਮੇਰੀ ਪਾਰਟੀ ਦੇ ਕਿਸੇ ਲੀਡਰ ਨੂੰ ਕੁਝ ਹੁੰਦਾ, ਇਹਦੇ ਲਈ ਕੇਜਰੀਵਾਲ, ਭਗਵੰਤ ਮਾਨ ਤੇ ਇਹਨਾਂ ਦੀ ਸਰਕਾਰ ਜ਼ਿੰਮੇਵਾਰ। ਸੋ ਕੀ ਕੋਈ ਪਾਲਿਸੀ ਹੈ? ਇਹ ਲੰਮੇ ਸਮੇਂ ਤੋਂ ਗੱਲ ਹੈ ਕਿ ਬੇਮਤਲਬ ਸਿਕਿਉਰਿਟੀ ਗਾਰਡ ਚੱਕੀ ਫਿਰਦੇ ਨੇ, ਜਿਹੜੀਆਂ ਗੱਡੀਆਂ, ਜਿਹੜੇ ਕਾਫਲੇ ਚੱਕੀ ਫਿਰਦੇ ਨੇ, ਪਰ ਉਹ ਇਕੱਲੇ ਬਿਕਰਮ ਮਜੀਠੀਆ ਦੀ ਸਮੁੱਚੀ ਸਮੀਖਿਆ ਕਿੱਥੇ ਕਰਦੇ? ਸਹੀ ਹੈ, ਬਿਲਕੁਲ। ਤੇ ਉਹਦਾ ਕੋਈ ਨਿਯਮਾਵਲੀ ਹੈ? ਸਿੱਧੂ ਮੂਸੇਵਾਲੇ ਕਾਂਡ ਤੋਂ ਬਾਅਦ ਵੀ ਤੁਸੀਂ ਉਹਦੇ ਤੋਂ ਕੋਈ ਮੰਥਨ ਕੀਤਾ? ਸਹੀ ਹੈ, ਬਿਲਕੁਲ, ਕਿ ਹਾਂ ਭਾਈ ਇਸ ਨੂੰ ਮੁੜ ਵਿਚਾਰੀਏ ਕਿ ਕਿਹਨੂੰ ਕਿੰਨੀ ਲੋੜ ਹੈ, ਕਿੰਨੀ ਨਹੀਂ, ਕਿੰਨੀ ਕੁ ਦਈਏ, ਕਿੰਨਾ ਕੁ ਨਹੀਂ, ਕਿੰਨਾ ਕੁ VIP ਪਣਾ, ਕਿੰਨਾ ਕੁ ਨਹੀਂ। ਸਹੀ ਹੈ ਜੀ, ਬਿਲਕੁਲ। ਤੁਸੀਂ ਜਦੋਂ ਉੱਥੇ ਜਾਓ ਨਾ ਚਿੜੀਆ ਘਰ 'ਚ, ਹਾਂਜੀ, ਤਾਂ ਸ਼ੇਰ ਨੂੰ ਦੇਖਣ ਦੇ 2 ਤਰੀਕੇ ਹੁੰਦੇ ਆ ਜੀ, ਕਿ ਜਾਂ ਤਾਂ ਸ਼ੇਰ ਪਿੰਜਰੇ 'ਚ ਹੋਊਗਾ, ਤੁਸੀਂ ਖੁੱਲੇ ਘੁੰਮ ਲਓ। ਸਹੀ ਗੱਲ, ਬਿਲਕੁਲ। ਜਾਂ ਤੁਹਾਨੂੰ ਪਿੰਜਰੇ ਵਾਲੇ ਉਹ 'ਚ ਬਾੜ ਦਿੰਦੇ ਨੇ ਬੱਸ 'ਚ, ਸ਼ੇਰ ਖੁੱਲਾ ਘੁੰਮਦਾ ਹੁੰਦਾ। ਵੈਸੇ ਉਹ ਖੁੱਲਾ ਵੀ ਕਾਹਦਾ ਹੁੰਦਾ, ਉੱਥੇ ਵੀ ਆਲੇ ਦੁਆਲੇ ਦੇ ਜੰਗਲੇ ਹੁੰਦਾ। ਸੋ ਇਸ ਲਈ ਭਾਈ ਜੇ ਇੰਨੇ ਹੀ ਖਤਰੇ ਇਹਨਾਂ ਸਾਰਿਆਂ ਨੂੰ ਕਿਸੇ ਪਿੰਜਰੇ 'ਚ ਪਾ ਲਓ, ਸਾਰੀ ਆਪ ਵੀ ਵੜ ਜਾਓ ਕਿਸੇ ਖੁੱਡਿਆਂ 'ਚ, ਮੁਰਗੀਖਾਨੇ ਖੋਲ ਲਓ।
ਸੋ ਘੱਟੋ ਘੱਟ ਜੇ ਡਰ ਲੱਗਦਾ, ਉਡੀਕ ਕਾਹਦੀ ਹੈ? ਆਪਣੀ ਵਾਰ ਨੂੰ ਸਾਨੂੰ 42 ਗੱਡੀਆਂ ਵੀ ਚਾਹੀਦੀਆਂ ਤੇ ਦੂਏ ਦੀ ਸੁਰੱਖਿਆ ਵਾਪਸ ਲੈਣ ਲੱਗੇ ਅਸੀਂ ਕੋਈ ਸਮੀਖਿਆ ਵੀ ਨਹੀਂ ਕਰਾਂਗੇ। ਤੋ ਇਸ ਲਈ ਵਿਕਰਮ ਮਜੀਠੀਆ ਵਾਲੇ ਮਸਲੇ ਤੇ ਉੱਤੇ ਵੀ ਸਰਕਾਰ ਦੀ ਫਜ਼ੀਅਤ ਜ਼ਰੂਰ ਹੋ ਰਹੀ ਆ, ਪਰ ਪੰਜਾਬ ਦੇ ਲੋਕ ਡਰੱਗ ਮਾਮਲੇ 'ਚ ਸਹੀ ਜਾਂਚ, ਸਹੀ ਕਾਰਵਾਈ ਚਾਹੁੰਦੇ ਨੇ। ਇਹ ਉਹ ਹੀ ਨਹੀਂ ਚਾਹੁੰਦੇ ਕਿ ਸਿਰਫ ਆ ਮੁਹੱਲੇ, ਪਿੰਡਾਂ ਵਾਲੇ, ਕਸਬਿਆਂ ਵਾਲੇ, ਖੁੰਝਿਆਂ ਵਾਲੇ, ਕੋਈ ਇਹਨਾਂ 2 ਖਾਣਾ ਵਾਲਾ, ਕੋਈ 3 ਖਾਣਾ ਵਾਲਾ, ਕੋਈ 1 ਮਰਲੇ ਵਾਲਾ, ਕੋਈ 4 ਮਰਲੇ ਵਾਲਾ ਘਰੇ ਢਵੇ। ਜਨਾਬ ਫਾਰਮ ਹਾਊਸਾਂ ਤੱਕ ਤੁਹਾਡਾ ਬਲਡੋਜ਼ਰ ਨਹੀਂ ਜਾਂਦਾ, ਮਹਿਲਾਂ ਤੱਕ ਤੁਹਾਡਾ ਬਲਡੋਜ਼ਰ ਨਹੀਂ ਜਾਂਦਾ। ਨਹੀਂ ਜਾਂਦਾ, ਬਿਲਕੁਲ। ਲੋਕ ਇਹ ਵੀ ਨਹੀਂ ਚਾਹੁੰਦੇ ਵੀ ਤੁਸੀਂ ਪਹਿਲਾਂ ਸਿਆਸੀ ਤੌਰ ਤੇ ਕਿਸੇ ਦੀ ਦੂਸ਼ਣਬਾਜ਼ੀ ਕਰੀ ਚਲੋ ਤੇ ਬਾਅਦ ਚ ਮਾਫੀਆਂ ਮੰਗੀ ਚੱਲੋ। ਜਦੋਂ ਮਾਫੀ ਮੰਗੀ ਸੀ ਚਲੋ ਤੇ ਉਸ ਗੱਲ ਤੇ ਖੜੇ ਰਹਿੰਦੇ, ਜਾਂ ਸਰਕਾਰ ਚ ਆ ਕੇ ਐਸਟੈਬਲਿਸ਼ ਕਰ ਲੈਂਦੇ ਉਹ ਗੱਲ ਨੂੰ ਕਿ ਭਾਈ ਅਸੀਂ ਆਹ ਦੋਸ਼ ਲਾਏ ਸੀ ਸਿਆਸੀ ਤੌਰ ਤੇ ਅਸੀਂ ਇਹਦੇ ਤੇ ਖੜੇ ਆ।